ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਨਮਾਨਯੋਗ ਸਾਧ ਸੰਗਤ ਜੀਓ, ਭਾਰਤ ਵਰਸ਼ ਸਦੀਆਂ ਤੋਂ ਧਰਮ ਪ੍ਰਧਾਨ ਦੇਸ਼ ਰਿਹਾ ਹੈਗਾ। ਇਸ ਦੇ ਵਿੱਚ ਅਨੇਕਾਂ ਲੋਕ ਅਨੇਕਾਂ ਧਰਮਾਂ ਨੂੰ ਮੰਨਦੇ ਆ, ਪਰ ਧਰਮ ਦੀ ਜਿਹੜੀ ਸਹੀ ਜਾਣਕਾਰੀ ਹੈ ਨਾ, ਇਹ ਤਕਰੀਬਨ 98% ਲੋਕਾਂ ਦੇ ਪਾਸ ਉਪਲਬਧ ਨਹੀਂ ਹੈ। ਹੋ ਸਕਦਾ ਕਿ 2% ਲੋਕ ਜਿਹੜੇ ਹੈ ਇਸ ਧਰਮ ਦੇ ਖਾਸ ਕਰਕੇ ਜੋ ਮੈਨੇ ਆ ਉਹ ਜਾਣਦੇ ਆ, ਪਰ ਬਾਕੀ 98% ਹੈ ਨਾ ਲੋਕੀ ਹੈ, ਬਸ ਉਹ ਧਰਮ ਨੂੰ ਇਸ ਤਰ੍ਹਾਂ ਸਮਝਦੇ ਆ ਜਿਵੇਂ ਇਹ ਕੋਈ ਦੇਖੋ ਦੇਖੀ ਦੀ ਪੂਜਾ ਹੈ, ਜਾਂ ਇਉਂ ਕਹਿ ਲਓ ਕਿ ਉਹਨਾਂ ਦੇ ਅੰਦਰ ਜਿਹੜੀਆਂ ਇਛਾਵਾਂ ਜਨਮ ਲੈਂਦੀਆਂ ਉਹਨਾਂ ਦੀ ਪੂਰਤੀ ਦੇ ਵਾਸਤੇ ਉਹਨਾਂ ਨੇ ਵੱਖ-ਵੱਖ ਜਿਹੜੇ ਹਨ ਰੱਬ ਦੇ ਨਾਂ ਲੈਣੇ ਸ਼ੁਰੂ ਕਰ ਦਿੱਤੇ। ਰੱਬ ਦੀਆਂ ਛੋਟੀਆਂ ਵੰਡੀਆਂ ਪਾਈਆਂ, ਕੋਈ ਰੱਬ ਨੂੰ ਕਿਸੇ ਦੇਵੀ ਦੇਵਤਿਆਂ ਦੇ ਰੂਪ 'ਚ ਪੂਜਦਾ, ਕੋਈ ਮੜੀ ਮਸਾਣੀਆਂ ਦੇ ਰੂਪ 'ਚ, ਕੋਈ ਦਰਖਤਾਂ ਦੇ, ਕੋਈ ਕਿਤੇ ਭਾਵ ਕਿ ਜਿਹੜੀ ਸਹੀ ਜਾਣਕਾਰੀ ਹੈ ਨਾ ਕਿਸੇ ਦੇ ਪਾਸ ਨਹੀਂ ਆ। ਇਸ ਕਰਕੇ ਕੀ ਆ ਕਿ ਧਰਮ ਦੇ ਵਿੱਚ ਲੋਕਾਂ ਦੀ ਆਪਸ ਵਿੱਚ ਖਿੱਚਾਤਾਣੀ ਬਣੀ ਆ, ਨਫ਼ਰਤ ਵਾ, ਦਵੈਸ਼ ਵਾ, ਨਿਤ ਕਲੇਸ਼ ਰਹਿੰਦੇ ਆ। ਇਸੇ ਕਰਕੇ ਨਾ ਕਲਗੀਧਰ ਮਹਾਰਾਜ ਨੇ ਸਾਨੂੰ ਜਿਹੜਾ ਹੈ ਬੜਾ ਸੁੰਦਰ ਦੱਸਿਆ ਇਹਨਾਂ ਹਾਲਾਤਾਂ ਬਾਰੇ ਕਿ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਘਰੇ ਲਟਕਾਇਓ, कहूँ लख्यो हर वाची दिशा में, कहूँ पिसा को शीस नवायो, को बतान को पूजत हैं पस, को मृतान को पूजन तायो, कूड़ क्रिया उजरो सब ही जग, श्री भगवान को भेद न पायो। सारा संसार कूड़ की क्रिया विच उलझिया पिया, पर परमात्मा का भेद किसी ने नहीं पाया। असल सच्चाई तो कोहां दूर आ। आपां अगर थोड़ी जी अगर पंजाब की गल करिए, हुण पंजाब की धरती दे विच 9 गुरु साहिबानां दा प्रकाश होया। सो गुरु साहिबानां दे समय दे विच सिੱਖੀ ਦੇ ਜਿਹੜੇ ਹੈ ਨਾ ਬੋਲ ਵਾਲੇ ਸੀਗੇ ਉਹ ਸਭ ਤੋਂ ਜ਼ਿਆਦਾ ਵਿਕਸਿਤ ਹੋਏ ਆ। ਜਿਵੇਂ ਕਹ ਲਓ ਕਿ ਖਾਲਸੇ ਦੇ ਬੋਲ ਵਾਲੇ ਉਹਨਾਂ ਟਾਈਮਾਂ ਦੇ ਵਿੱਚ ਇਸ ਗੱਲ ਦਾ ਸਬੂਤ ਦਿੰਦੇ ਆ ਕਿ ਜਦੋਂ ਕਲਗੀਧਰ ਮਹਾਰਾਜ ਨੇ 5 ਪਿਆਰੇ ਚੁਣੇ, ਇਹਨਾਂ 5 ਪਿਆਰਿਆਂ ਦੇ ਵਿੱਚ ਭਾਰਤ ਦੇ ਕੋਨੇ-ਕੋਨੇ ਤੋਂ ਸਿੱਖ ਆ ਕੇ ਜਿਹੜੇ ਸੀ ਅਨੰਦਪੁਰ ਸਾਹਿਬ ਪਹੁੰਚੇ ਆ, ਤੇ ਇਹਨਾਂ 5 ਪਿਆਰਿਆਂ ਦੇ ਵਿੱਚੋਂ ਫਿਰ 5 ਪਿਆਰੇ ਜਿਹੜੇ ਸੀ ਉਹ ਵੱਖ-ਵੱਖ ਥਾਵਾਂ ਦੇ ਵੱਖ-ਵੱਖ ਰਾਜਾਂ ਤੋਂ ਆ ਕੇ ਜਿਹੜੇ ਸੀ ਉਹਨਾਂ ਨੇ ਗੁਰੂ ਸਾਹਿਬ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ। ਇਹਦਾ ਮਤਲਬ ਕੀ ਸੀਗਾ ਕਿ ਉਸ ਟਾਈਮ ਚਾਹੇ ਮੀਡੀਆ ਚਾਹੇ ਨੈਟਵਰਕ ਜਿਹੜਾ ਸੀਗਾ ਉਹ ਇੰਨਾ ਨਹੀਂ ਸੀ, ਪਰ ਸਿੱਖੀ ਦੇ ਬੋਲ ਵਾਲੇ ਜਿਹੜੇ ਸੀ ਨਾ ਬੜੀ ਦੂਰ ਤੱਕ ਫੈਲੇ ਸੀ। ਸੋ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀਆਂ ਉਦਾਸੀਆਂ ਦੇ ਸਮੇਂ ਹਰੇਕ ਕੀ ਸਿੱਖਵਾ ਕੀ ਉੱਚੀ ਜ਼ਿਆਦਾ ਕੀ ਨੀਵੀਂ ਜ਼ਿਆਦਾ ਕੀ ਪੜ੍ਹਿਆ ਲਿਖਿਆ ਕੀ ਅਨਪੜ੍ਹ ਸਭ ਨੂੰ ਹੀ ਜਿਹੜਾ ਉਹ ਸ਼ਬਦ ਦੇ ਨਾਲ ਜੋੜਿਆ ਸੀਗਾ, ਵਾਹਿਗੁਰੂ ਦੀ ਸਿਫਤ ਸਲਾਹ ਦੱਸੀ ਸੀ। ਸੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਇਹਨਾਂ ਉਦਾਸੀਆਂ ਦੇ ਵਿੱਚ ਜਿਵੇਂ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ ਕਿ ਗੜ ਬਗਦਾਦ ਨਵਾਏ ਕੇ ਮੱਕਾ ਮਦੀਨਾ ਸਭ ਨਵਾਇਆ, ਸਿੱਧ 84 ਮੰਡਲੀ ਖੱਟ ਦਰਸ਼ਨ ਪਖੰਡ ਜਨਾਇਆ, ਜਿੱਤੀ ਨਬਖੰਡ ਮੇਢਨੀ ਸਤਨਾਮ ਦਾ ਚੱਕਰ ਫਰਾਇਆ, ਦੇਵ ਦਾਨੋ ਰਾਖਸ਼ ਦੈਂਤ ਚਤਰਗੁਪਤ ਸਭ ਚਰਨੀ ਲਾਇਆ, ਇੰਦਰਾਸਨ ਅਪਛਰਾ ਰਾਗ ਰਾਗਣੀ ਮੰਗਲ ਗਾਇਆ, ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ, ਹਿੰਦੂ ਮੁਸਲਮਾਨ ਨਵਾਇਆ। ਸੋ ਭਾਵ ਕੀ ਆ ਕਿ ਸਿੱਖੀ ਦਾ ਇੰਨਾ ਜਿਹੜਾ ਸਿੱਕਾ ਸੀਗਾ ਨਾ ਕਿ ਜਗਤ ਦੇ ਵਿੱਚ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਮਹਾਰਾਜ ਨੇ ਚਲਾਇਆ ਸੀਗਾ। ਪਰ ਗੁਰੂ ਸਾਹਿਬਾਂ ਦੇ ਸਮੇਂ ਤੋਂ ਬਾਅਦ ਇਹ ਜਿਹੜੀ ਲਹਿਰ ਸੀਗੀ ਸਿੱਖੀ ਦੇ ਪ੍ਰਚਾਰ ਦੀ, ਇਹ ਜਿਹੜੀ ਸੀ ਇਹ ਬੜੀ ਹੌਲੀ ਹੌਲੀ ਘਟਣ ਲੱਗੀ। ਜਾਂ ਇਉਂ ਕਹਿ ਲਓ ਕਿ ਉਸ ਟਾਈਮ ਸਿੱਖਾਂ ਦਾ ਜਿਹੜਾ ਅਮਲੀ ਜੀਵਨ ਸੀਗਾ ਪਹਿਲੇ ਜੀਵਨ ਨਾਲੋਂ ਉਹ ਹੌਲੀ ਹੌਲੀ ਉਹਦਾ ਤਾਂ ਜਿਹੜਾ ਕਿਰਦਾਰ ਸੀਗਾ ਨਾ ਥੱਲੇ ਡਿੱਗਦਾ ਗਿਆ। ਉਹਦਾ ਜਿਹੜਾ ਮੇਨ ਕਾਰਨ ਸੀਗਾ ਉਹ ਸੀਗਾ ਲੋਭ। ਸੋ ਜਦੋਂ ਲੋਭ ਵਧਿਆ ਹੈ ਨਾ, ਫਿਰ ਉਸ ਟਾਈਮ ਲੋਭ ਵਧਣ ਦੇ ਨਾਲ ਇਹ ਪ੍ਰਚਾਰ ਵੀ ਘਟ ਗਿਆ। ਦੂਸਰਾ ਸੀਗਾ ਕਿ ਆਮ ਕਰਕੇ ਕਹਿਣੀ ਅਤੇ ਕਥਨੀ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਜਿਹੜਾ ਸੀਗਾ ਪੈਣਾ ਸ਼ੁਰੂ ਹੋ ਗਿਆ। ਤੀਸਰਾ ਕਾਰਨ ਸੀ ਕਿ ਵਿੱਦਿਆ ਦੀ ਬੜੀ ਘਾਟ ਜਿਹੜੀ ਸੀ ਉਹ ਬਾਅਦ ਦੇ ਵਿੱਚ ਸ਼ੁਰੂ ਹੋਈ ਆ। ਇਹਦੇ ਕਰਕੇ ਸਿੱਖੀ ਦਾ ਪ੍ਰਚਾਰ ਇੰਨੇ ਜ਼ੋਰਾਂ 'ਚ ਨਾ ਹੋਣ ਕਰਕੇ ਫਿਰ ਖਾਸ ਕਰਕੇ ਜਿਹੜੇ ਆਮ ਲੋਕੀ ਸੀਗੇ ਉਹਨਾਂ ਦੀਆਂ ਜਿਹੜੀਆਂ ਲੋੜਾਂ ਦੀ ਪੂਰਤੀ ਸੀ ਹੈ ਨਾ ਉਹ ਇਸ ਢੰਗ ਦੇ ਨਾਲ ਵਧੀ ਆ ਕਿ ਉਹਨਾਂ ਨੇ ਦੇਖਿਆ ਕਿ ਜਿਹੜੇ ਤਾਂ ਸਰਮਾਏਦਾਰ ਲੋਕੀ ਸੀਗੇ ਉਹ ਜਿਹੜੇ ਅਮੀਰ ਸੀ ਉਹਨਾਂ ਨੇ ਰਾਜ ਪ੍ਰਬੰਧ ਦੀ ਵਾਗਡੋਰ ਆਪਣੇ ਹੱਥਾਂ 'ਚ ਲੈ ਕੇ ਪ੍ਰਬੰਧ ਨੂੰ ਇਸ ਢੰਗ ਦੇ ਨਾਲ ਚਲਾਇਆ ਕਿ ਅਮੀਰ ਹੋਰ ਅਮੀਰ ਹੁੰਦੇ ਗਏ ਅਤੇ ਜਿਹੜੇ ਗਰੀਬ ਵਰਗ ਸੀਗਾ ਉਹ ਹੋਰ ਗਰੀਬ ਹੋ ਗਿਆ। ਸੋ ਇਸ ਕਰਕੇ ਖਾਸ ਕਰਕੇ ਜਿਹੜੇ ਧਰਮ ਦੇ ਮੁੱਖ ਕੇਂਦਰ ਸੀਗੇ ਉਹ ਵੀ ਸਰਮਾਏਦਾਰ ਲੋਕਾਂ ਦੇ ਜਾਂ ਰਾਜਨੀਤਿਕ ਲੋਕਾਂ ਦੇ ਹੱਥਾਂ ਦੇ ਵਿੱਚ ਚੜ੍ਹੇ। ਇਸ ਕਰਕੇ ਗਰੀਬ ਵਰਗ ਦੀ ਜਿਹੜੀ ਪੁੱਛਗਿੱਛ ਸੀਗੀ ਉਹ ਸਭ ਤੋਂ ਜ਼ਿਆਦਾ ਘਟ ਗਈ। ਜਾਂ ਉਹ ਕਹਿ ਲਓ ਕਿ ਉਹਨਾਂ ਦਾ ਜਿਹੜਾ ਮਾਣ ਸਨਮਾਨ ਬਣਦਾ ਸੀਗਾ ਉਹਨਾਂ ਨੂੰ ਉਹ ਧਰਮ ਦੇ ਵਿੱਚ ਨਹੀਂ ਦਿੱਤਾ ਗਿਆ, ਜਿਹਦੇ ਨਾਲ ਧਰਮ ਦੇ ਜਿਹੜੇ ਬੋਲ ਬਾਲੇ ਆ ਉਹ ਸਿਖਰਾਂ 'ਚ ਹੋਣ।
ਇਸ ਕਰਕੇ ਆਮ ਕਰਕੇ ਗਰੀਬ ਆਦਮੀ ਜਾਂ ਪਛੜਿਆ ਆਦਮੀ ਜਿਹੜਾ ਸੀਗਾ ਉਹ ਫਿਰ ਐਡੀ ਸਰਬ ਉੱਚ ਗਿਆਨ ਤੋਂ ਅਵੇਸਲਾ ਹੋ ਕੇ ਉਹਨੇ ਆਪਣਾ ਮੁੱਖ ਜਿਹੜਾ ਸੀ ਨਾ ਛੋਟੇ ਛੋਟੇ ਤੰਤਰ ਮੰਤਰਾਂ ਦੇ ਵੱਲ ਜੋੜ ਲਿਆ। ਸੋ ਇਹ ਜਿਹੜੇ ਛੋਟੇ ਛੋਟੇ ਤੰਤਰ ਮੰਤਰ ਆ ਇਹ ਖਾਸ ਕਰਕੇ ਜਿਹੜੇ ਮੜੀਆਂ ਮਸਾਣਾਂ ਦੇ ਵਿੱਚ ਜਿਹੜੇ ਜਾਂ ਉਹ ਆਮ ਕਰਕੇ ਜਿਹਨਾਂ ਨੂੰ ਅਸੀਂ ਬਾਬੇ ਹੀ ਕਹਿ ਦਿੰਦੇ ਹਾਂ, ਇਹਨਾਂ ਨੇ ਲੋਕਾਂ ਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ। ਇਹਨਾਂ ਨੇ ਲੋਕਾਂ ਨੂੰ ਬੜੇ ਲੋਭ ਦੇ ਸਾਜ਼ ਆਵਾਜ਼ ਉਹਨਾਂ ਸਮੇਂ ਦੇ ਵਿੱਚ ਫਿਰ ਦਿਖਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਦੀਆਂ ਜਿਹੜੀਆਂ ਚੁਸਤ ਚਲਾਕੀਆਂ ਸੀ, ਸਾਜ਼ ਆਵਾਜ਼ ਸੀਗੇ ਜਾਂ ਜੋ ਵੀ ਕੁਛ ਸੀ ਇਹ ਪੂਜਾ ਲੈਂਦੇ ਸੀ, ਕਿਸੇ ਵੀ ਤਰ੍ਹਾਂ ਜੋ ਵੀ ਕੰਮ ਕਰਦੇ ਸੀਗੇ ਉਹਦੇ ਵਿੱਚ ਲੋਕੀ ਜਿਹੜੀ ਸੀ ਨਾ ਉਲਝ ਗਏ। ਕਾਰਨ ਇਹ ਸੀਗਾ ਕਿ ਅਸੀਂ ਜਿੱਥੇ ਸੰਸਾਰ ਨੂੰ ਗੁਰੂ ਨਾਨਕ ਦੇ ਨਾਮ ਮਿਸ਼ਨ ਧਰਮ ਪ੍ਰਚਾਰ ਦੇ ਨਾਲ ਜੋੜਨਾ ਸੀਗਾ, ਉੱਥੇ ਉਹਨਾਂ ਦੀ ਆਰਥਿਕ ਮਦਦ ਵੱਲ ਜਿਹੜੀ ਸੀ ਨਾ ਉਹ ਜ਼ਰੂਰੀ ਉਹਨਾਂ ਦੇ ਵੱਲ ਸਾਨੂੰ ਖਾਸ ਧਿਆਨ ਦੇਣ ਦੀ ਲੋੜ ਸੀਗੀ। ਪਰ ਅਸੀਂ ਇਸ ਪਾਸੋਂ ਜ਼ਿਆਦਾ ਧਿਆਨ ਨਾ ਦੇਣ ਕਰਕੇ ਇਹ ਲੋਕੀ ਜਿਹੜੇ ਸੀਗੇ ਇਸ ਪਾਸੋਂ ਟੁੱਟੇ ਆ। ਟੁੱਟਣ ਕਰਕੇ ਫਿਰ ਇਹਨਾਂ ਦੀ ਜਿਹੜੀ ਰੁਚੀ ਸੀਗੀ ਆ ਛੋਟੇ ਛੋਟੇ ਜਿਹੜੀਆਂ ਮੜੀਆਂ ਮਸੀਤਾਂ ਜਾਂ ਕਬਰਾਂ ਹੈਗੀਆਂ ਇਹਨਾਂ ਵੱਲੋਂ ਵਧੀ ਆ। ਇਸ ਕਰਕੇ ਇਹਨਾਂ ਨੇ ਇੱਥੇ ਜਾ ਕੇ ਜਿਹੜੀ ਸੀਗੀ ਆਪਣਾ ਜੋ ਧਰਮ ਦਾ ਭਰਮ ਪਾਲ ਰੱਖਿਆ ਸੀਗਾ, ਇੱਥੇ ਆ ਕੇ ਇਹਨਾਂ ਨੇ ਫਿਰ ਚਿਰਾਗ ਅਤੇ ਦੀਵੇ ਲਾਉਣੇ ਸ਼ੁਰੂ ਕਰ ਦਿੱਤੇ। ਪਰ ਜਦੋਂ ਚਿਰਾਗ ਅਤੇ ਦੀਵੇ ਲਾਏ ਆ ਇਹਨਾਂ ਦੀ ਜਿਹੜੀ ਸਬਜ਼ ਆਵਾਜ਼ ਸੀਗੀ ਜਿਹੜੀ ਸੀ ਉਹਨਾਂ ਟਾਈਮਾਂ ਦੇ ਵਿੱਚ ਫਿਰ ਇੰਨੀ ਉਹ ਵਧੀਆ ਸਮਾਂ ਪਾ ਗਏ ਕਿ ਉਹ ਕੰਮ ਤਾਂ ਪਰਮੇਸ਼ਰ ਵਾਹੀ ਕਰਦਾ ਹੈਗਾ। ਪਰ ਆਮ ਕਰਕੇ ਜਿਹੜੇ ਇਹਨਾਂ ਸਥਾਨਾਂ 'ਤੇ ਰਹਿਣ ਵਾਲੇ ਜੋ ਪ੍ਰਚਾਰਕ ਸੀਗੇ ਜਾਂ ਉਹ ਕਹਿ ਲਓ ਕੋਈ ਜਿਹੜੇ ਪੁਜਾਰੀ ਵਰਗ ਸੀਗਾ, ਜਿਹੜੇ ਮੜੀਆਂ ਮਸਾਣਾ ਕਬਰਾਂ ਨੂੰ ਚਲਾਉਣ ਵਾਲੇ ਸੀਗੇ, ਉਹਦਾ ਸਾਰਾ ਜਿਹੜਾ ਕ੍ਰੈਡਿਟ ਜਾਂ ਸ਼ੇਅਰ ਸੀਗਾ ਉਹ ਆਪ ਲੈ ਲੈਂਦੇ ਸੀਗੇ। ਅਤੇ ਆਪ ਜਿਹੜਾ ਅਨਪੜ੍ਹ ਬੰਦਾ ਸੀ ਉਹ ਸਮਝਦਾ ਸੀਗਾ ਕਿ ਸ਼ਾਇਦ ਇਹਨਾਂ ਬਾਬਿਆਂ ਦੇ ਕਰਕੇ ਜਿਹੜੀ ਹੈ ਮੇਰੇ ਘਰ ਦੀ ਹਾਲਤ ਬਦਲੀ ਆ, ਮੈਨੂੰ ਥੋੜ੍ਹਾ ਬਹੁਤ ਰੁਜ਼ਗਾਰ ਮਿਲਿਆ ਜਾਂ ਮੈਂ ਰੋਟੀ ਖਾਣ ਦੇ ਕਾਬਲ ਹੋ ਗਿਆ। ਇਸ ਕਰਕੇ ਫਿਰ ਕੰਮ ਜਿਹੜੇ ਸੀ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੇ ਰਹੇ। ਜਦ ਪੀੜ੍ਹੀ ਦਰ ਪੀੜ੍ਹੀ ਇਹ ਕੰਮ ਸ਼ੁਰੂ ਹੋ ਗਿਆ ਇੱਕ ਤਰ੍ਹਾਂ ਦੀ ਇੱਕ ਭੇਡ ਚਾਲ ਬਣ ਗਈ। ਕਿਉਂਕਿ ਇਹਨਾਂ ਨੇ ਨਾ ਧਰਮ ਦਾ ਜੋ ਅਸਲੀ ਭਾਵ ਸੀਗਾ, ਜੋ ਅਸਲੀ ਕਾਰਨ ਸਾਨੂੰ ਗੁਰੂ ਸਾਹਿਬ ਨੇ ਦੱਸਿਆ ਸੀਗਾ, ਉੱਧਰ ਧਿਆਨ ਜਿਹੜਾ ਬਿਲਕੁਲ ਬੰਦ ਕਰ ਦਿੱਤਾ। ਗੁਰਬਾਣੀ ਨਾਲੋਂ ਬਿਲਕੁਲ ਟੁੱਟ ਗਏ। ਸਾਡੀ ਵੀ ਬਦਕਿਸਮਤੀ ਰਹੀ ਹੈ ਕਿ ਅਸੀਂ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜੋੜ ਨਹੀਂ ਸਕੇ। ਖਾਸ ਕਰਕੇ ਸਾਡੇ ਜੋੜਨ ਦਾ ਜਿਹੜਾ ਇੱਕ ਮੇਨ ਕਾਰਨ ਉਹ ਸੀਗਾ ਕਿ ਸਾਡੇ ਅੰਦਰ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਸੀਗਾ ਕਿ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ, ਮਿੱਠਾ ਬੋਲਣਾ ਅਤੇ ਨੀਵੇਂ ਹੋ ਕੇ ਚੱਲਣਾ, ਉਹ ਸਾਡੇ ਅੰਦਰ ਜਿਹੜਾ ਸੀਗਾ ਉਹ ਭਾਵ ਉਹ ਕਾਫੀ ਨੀਵਾਂ ਚੱਲ ਗਿਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸਾਡੇ ਅੰਦਰ ਜਿਹੜੀ ਪ੍ਰੇਮ ਦੀ ਖੁਸ਼ਕੀ ਸੀਗੀ ਉਹ ਜ਼ਿਆਦਾ ਵੱਧ ਗਈ। ਅਸੀਂ ਇਹਨਾਂ ਲੋਕਾਂ ਨੂੰ ਪ੍ਰੇਮ ਦੇ ਨਾਲ ਸਮਝਾ ਨਹੀਂ ਸਕੇ, ਜਿਹਦੇ ਕਰਕੇ ਇਹ ਲੋਕ ਟੁੱਟਦੇ ਟੁੱਟਦੇ ਅਖੀਰ ਫਿਰ ਇਹ ਮੁੜ ਕੇ ਇਹਨਾਂ ਕਬਰਾਂ ਅਤੇ ਮਸੀਤਾਂ ਵੱਲ ਐਸੇ ਖਿੱਚੇ ਗਏ ਆ। ਇਹਨਾਂ ਦਾ ਖਿੱਚਣ ਦਾ ਕਾਰਨ ਫਿਰ ਐਸਾ ਬਣਿਆ ਹੈਗਾ ਕਿ ਜਿਹਦੇ ਕਰਕੇ ਫਿਰ ਬਹੁਤ ਸਾਰੇ ਜਿਹੜੇ ਗੋਤ ਬਣੇ ਆ, ਇਹ ਗੁੱਤ ਬਣਨ ਦੇ ਨਾਲ ਫਿਰ ਕਬਰਾਂ ਮੜੀਆਂ ਮਸੀਤਾਂ ਜਿਉਂ ਕਹਿ ਲਓ ਜਿਹੜੇ ਜਠੇਰਾਬਾਦ ਸੀਗਾ ਫਿਰ ਇਹ ਵੀ ਸ਼ੁਰੂ ਹੋਇਆ। ਔਰ ਇਸ ਨੂੰ ਬੜਾਵਾ ਦੇਣ ਵਾਸਤੇ ਖਾਸ ਕਰਕੇ ਅੱਜ ਦੀਆਂ ਜਿਹੜੀਆਂ ਉਹ ਪ੍ਰਚਾਰਕ ਆਪਣੇ ਆਪ ਨੂੰ ਕਹਾਉਣ ਵਾਲੀਆਂ ਜਿਹੜੀਆਂ ਉਹ ਖਬਰਾਂ ਹੈਗੀਆਂ ਉਹ ਵੀ ਇਸ ਪ੍ਰਭਾਵ ਤੋਂ ਬਚ ਨਹੀਂ ਸਕੀਆਂ, ਕਿਉਂਕਿ ਇਹਨਾਂ ਨੂੰ ਪ੍ਰਚਾਰਕਾਂ ਨੂੰ ਖਬਰਾਂ ਦੇਣ ਵਾਲਿਆਂ ਨੂੰ ਖਾਸ ਕਰਕੇ ਪੈਸੇ ਦਾ ਲੋਭ ਜਿਹੜਾ ਸੀਗਾ ਉਹ ਵਧਣ ਕਰਕੇ ਇਹਨਾਂ ਦੀਆਂ ਖਬਰਾਂ ਨੂੰ ਫਿਰ ਜਿਹੜੇ ਸੀ ਉਹ ਜਿਸ ਢੰਗ ਨਾਲ ਚਾਹੁੰਦੇ ਸੀ ਐਡ ਕਰਨੀ ਜਾਂ ਐਡਵਰਟਾਈਜ਼ ਕਰਨੀ, ਇਸ਼ਤਿਹਾਰ ਲਗਾਉਣੇ, ਇਹ ਵੀ ਵੱਡੇ ਪੱਧਰ 'ਤੇ ਸ਼ੁਰੂ ਹੋਏ ਆ। ਸੋ ਇਹਨਾਂ ਇਸ਼ਤਿਹਾਰ ਲਾਉਣ ਦੇ ਨਾਲ ਫਿਰ ਜਿਹੜਾ ਸੀਗਾ ਇਸ ਪਾਸੇ ਲੋਕਾਂ ਦਾ ਰੁਝਾਨ ਹੌਲੀ ਹੌਲੀ ਵੱਧ ਗਿਆ। ਵਧਣ ਦੇ ਨਾਲ ਫਿਰ ਇਹ ਜਿਹੜੀ ਅਵੇਸਲਾਪਨ ਸੀਗਾ ਅਸਲ ਦੇ ਵਿੱਚੋਂ ਟੁੱਟ ਕੇ ਲੋਕੀ ਜਿਹੜੀ ਸੀ ਜਾਂ ਦੁਨੀਆ ਸੀਗੀ ਉਹ ਨਕਲ ਦੇ ਨਾਲ ਜੁੜੀ ਆ। ਜਦ ਨਕਲ ਦੇ ਨਾਲ ਜੁੜੀ ਆ ਅਤੇ ਜਿਹਦੇ ਕਰਕੇ ਫਿਰ ਸਿੱਖ ਕੌਮ ਨੂੰ ਖਾਸ ਕਰਕੇ ਬਹੁਤ ਭਾਰਾ ਨੁਕਸਾਨ ਹੋਇਆ। ਦੂਸਰਾ ਕਾਰਨ ਕੀ ਹੋਇਆ ਕਿ ਇਹਦੇ ਕਰਕੇ ਕਈ ਹੋਰ ਜਿਹੜੇ ਦੇਹਧਾਰੀ ਧਰਮਾਂ ਨੂੰ ਮੰਨਣ ਵਾਲੇ ਸੀਗੇ, ਕਈ ਜਿਹੜੇ ਉਹ ਧਰਮ ਸੀਗੇ ਉਹ ਵੀ ਇਹਦੇ ਵਿੱਚ ਅੱਗੇ ਆ ਗਏ, ਜਿਹਦੇ ਆਉਣ ਦੇ ਨਾਲ ਜਿਹੜਾ ਸੀਗਾ ਅਸਲ ਜੋ ਸੁਨੇਹਾ ਗੁਰੂ ਸਾਹਿਬ ਨੇ ਸਾਨੂੰ ਦੇਣਾ ਸੀਗਾ ਕਿ ਸ਼ਬਦ ਗੁਰੂ ਸੁਰਤ ਤੋਂ ਚੇਲਾ, ਉਹ ਤੋਂ ਇਨਸਾਨ ਜਿਹੜੇ ਟੁੱਟ ਕੇ ਸਿੱਧੇ ਜਿਹੜੇ ਸੀ ਉਹ ਦੇਹ ਦੇ ਨਾਲ ਜੁੜ ਗਏ ਹੈ। ਜਦ ਦੇਹ ਦੇ ਨਾਲ ਜੁੜੇ ਆ ਤਾਂ ਫਿਰ ਤਾਂ ਭਾਈ ਗੱਲ ਇੱਥੇ ਤੱਕ ਹੀ ਸੀਮਿਤ ਹੈਗੀ ਆ ਕਿ ਜੋ ਦਿਸਦਾ ਹੈ ਅਸਲ ਦੇ ਵਿੱਚ ਹੁੰਦਾ ਨਹੀਂ, ਜੋ ਦਿਸਦਾ ਨਹੀਂ ਅਸਲ ਦੇ ਵਿੱਚ ਉਹ ਹੁੰਦਾ ਹੈਗਾ। ਇਸ ਨੂੰ ਕੋਈ ਸਮਝ ਨਹੀਂ ਸਕਿਆ। ਇਸੇ ਕਰਕੇ ਸਾਨੂੰ ਗੁਰੂ ਸਾਹਿਬ ਨੇ ਆਖਿਆ ਹੈਗਾ ਕਿ ਇਹ ਜੋ ਪੁਜਾਰੀਵਾਦ ਸ਼ੁਰੂ ਹੋਇਆ ਹੈ, ਖਾਸ ਕਰਕੇ ਇਹਦੇ ਵਿੱਚ ਹੋਰ ਵੀ ਇੱਕ ਨੇ ਇੱਕ ਕਾਰਨ ਹੋਏ ਕਿ ਲੋਕਾਂ ਨੇ, ਦੁਨੀਆ ਨੇ ਜਿਹੜੀਆਂ ਹੈ ਕਈ ਐਸੀਆਂ ਝੂਠ ਦੀਆਂ ਦੁਕਾਨਾਂ ਖੋਲ੍ਹੀਆਂ ਹੈਗੀਆਂ ਜਿਨ੍ਹਾਂ ਨੇ ਇਹਨੂੰ ਹੋਰ ਵੀ ਜ਼ਿਆਦਾ ਜਿਹੜਾ ਤੇਜ਼ ਕਰ ਦਿੱਤਾ। ਕਿਸੇ ਸਮੇਂ ਜਿੱਥੇ ਖਾਲਸੇ ਦੇ ਬੋਲ ਵਾਲੇ ਹੁੰਦੇ ਸੀਗੇ,
ਹੁਣ ਇਹਨਾਂ ਸਮਾਂ ਦੇ ਵਿੱਚ ਮੜੀਆਂ ਮਸਾਣਾ ਕਬਰਾਂ ਦੇ ਬੋਲਬਾਲੇ ਹੁਣ ਸ਼ੁਰੂ ਹੋ ਗਏ। ਜਦ ਇਹ ਬੋਲਬਾਲੇ ਹੋ ਗਏ ਤਾਂ ਫਿਰ ਜਿਹੜੇ ਲੋਕੀ ਸੀਗੇ ਖਾਸ ਕਰਕੇ ਐਸੇ ਲੋਭ ਐਸੇ ਚਿੱਕੜ ਦੀ ਦਲਦਲ ਦੇ ਵਿੱਚ ਫਸ ਗਏ ਆ ਕਿ ਇਹਨਾਂ ਦਾ ਫਿਰ ਨਿਕਲਣਾ ਬੜਾ ਔਖਾ ਹੋ ਗਿਆ ਇਹਨਾਂ ਬਸ। ਸੋ ਕਹਿਣ ਤੋਂ ਭਾਵ ਇਹ ਆ ਕਿ ਖਾਸ ਕਰਕੇ ਇਹਨਾਂ ਨੇ ਜਿਹੜੇ ਦਿਨ ਸੀਗੇ ਹਫ਼ਤਾਵਾਰ ਦਿਨ ਹੁੰਦੇ ਉਹਨਾਂ ਦੀ ਵੀ ਵੰਡ ਜਿਹੜੀ ਸੀਗੀ ਇਹਨਾਂ ਮੜੀਆਂ ਮਸੀਤਾਂ ਅਤੇ ਕਬਰਾਂ ਦੇ ਨਾਲ ਜੋੜ ਦਿੱਤੀ ਆ। ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਵੀਰਵਾਰ ਵੀ ਭਰਮ ਭੁਲਾਏ, ਕਿ ਵੀਰਵਾਰ ਨੂੰ ਜਿਹੜੇ ਹੈ ਨਾ ਜੋ ਵੀਰ ਹੁੰਦੇ ਆ ਉਹਨਾਂ ਦੀ ਮਾਨਤਾ ਸ਼ੁਰੂ ਕਰ ਦਿੱਤੀ, ਜਿਹੜੇ 52 ਵੀਰ ਸੀ। ਹੁਣ ਵੀਰਾਂ ਦੇ ਨਾਲ ਫਿਰ ਹੋਰ ਭੂਤ ਪ੍ਰੇਤ ਆ ਇੱਦਾਂ ਦੀਆਂ ਜਿਹੜੀਆਂ ਬਦਰੂਹਾਂ ਸੀਗੀਆਂ ਉਹਨਾਂ ਦੀ ਮਾਨਤਾ ਵੀ ਨਾਲ ਹੀ ਫਿਰ ਸ਼ੁਰੂ ਹੋ ਗਈ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਦਿਨ ਬਦਲੇ ਗਏ, ਦਿਨਾਂ ਦੇ ਨਾਂ ਦੇ ਉੱਤੇ ਫਿਰ ਜਿੱਦਾਂ ਵੀਰਵਾਰ ਆ ਫਿਰ ਇਹਨਾਂ ਦੇ ਉੱਤੇ ਦੀਵੇ ਮੜੀਆਂ ਕਬਰਾਂ ਦੇ ਉੱਤੇ, ਫਿਰ ਇਸ ਤੋਂ ਬਾਅਦ ਇੱਥੇ ਲੰਗਰ ਜਿਹੜੇ ਸੀਗੇ ਉਹ ਵੀ ਜਿਹੜੇ ਸੀ ਉਹ ਲਾਉਣੇ ਸ਼ੁਰੂ ਕਰ ਦਿੱਤੇ, ਫਿਰ ਡੈਕ ਵੱਜਣੇ ਸ਼ੁਰੂ ਹੋ ਗਏ। ਇਸ ਤਰ੍ਹਾਂ ਦੇ ਕਈ ਘਰ ਜਿਹੜੇ ਅਡੰਬਰ ਸੀਗੇ ਆਮ ਕਰਕੇ ਉਹਨਾਂ ਲੋਕਾਂ ਨੇ ਇਹਨਾਂ ਸਥਾਨਾਂ 'ਤੇ ਲਾਉਣੇ ਸ਼ੁਰੂ ਕਰ ਦਿੱਤੇ ਜਿਹੜੇ ਗੁਰੂ ਸ਼ਬਦ ਦੇ ਨਾਲ ਦੇ ਮੂਲ ਦੇ ਨਾਲੋਂ ਪੂਰੀ ਤਰ੍ਹਾਂ ਟੁੱਟੇ ਹੋਏ ਸੀ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਦ ਤੱਕ ਸਾਨੂੰ ਅਸਲ ਗਿਆਨ ਅਸਲ ਸੋਝੀ ਨਹੀਂ ਹੁੰਦੀ ਤਦ ਤੱਕ ਸਾਡਾ ਜਿਹੜਾ ਇਹਨਾਂ ਚੀਜ਼ਾਂ ਤੋਂ ਖਹਿੜਾ ਨਹੀਂ ਛੁੱਟ ਸਕਦਾ, ਕਿਉਂਕਿ ਅਸੀਂ ਲੋਭ ਨਾਲ ਜੁੜਦੇ ਹਾਂ ਅਤੇ ਲੋਭੀ ਬੰਦੇ ਦਾ ਧਰਮ ਨਹੀਂ ਹੁੰਦਾ। ਜਿੱਥੇ ਲੋਭ ਆ ਉੱਥੇ ਫਿਰ ਧਰਮ ਕਾਹਦਾ ਹੈਗਾ। ਇਸੇ ਕਰਕੇ ਸਾਨੂੰ ਮਹਾਰਾਜ ਨੇ ਕਿਹਾ ਹੈਗਾ ਕਿ ਕਬੀਰ ਜਹਾਂ ਗਿਆਨ ਤੈ ਧਰਮ ਹੈ, ਜਿੱਥੇ ਗਿਆਨ ਹੈ ਧਰਮ ਤਾਂ ਉੱਥੇ ਹੈ, ਅਤੇ ਜਹਾਂ ਝੂਠ ਤੈ ਪਾਪ, ਜਿੱਥੇ ਝੂਠ ਹੈ ਪਾਪ ਉੱਥੇ ਹੈ। ਅਤੇ ਅੱਗੇ ਸਾਨੂੰ ਬਾਣੀ ਨੇ ਕਿਹਾ ਹੈਗਾ ਕਿ ਜਹਾਂ ਲੋਭ ਤੈ ਕਾਲ ਹੈ, ਜਿੱਥੇ ਹੁਣ ਲੋਭ ਲਾਲਚ ਵਾ ਉੱਥੇ ਕਾਲ ਵਾ, ਉੱਥੇ ਮੌਤ ਆ, ਉੱਥੇ ਜਿਹੜਾ ਹੈਗਾ ਉਹ ਤੁਹਾਡਾ ਸਾਰਾ ਜੋ ਜੀਵਨ ਦਾ ਆਪਾਂ ਇਉਂ ਕਹਿ ਲਓ ਕਿ ਉਹ ਜੋ ਸੰਘਰਸ਼ ਹੈਗਾ ਉਹਦਾ ਕੋਈ ਮੁੱਲ ਨਹੀਂ ਪੈਂਦਾ ਹੈਗਾ। ਸਾਰਾ ਜੀਵਨ ਸਤਿਆਨਾਸ਼ ਜਿਹੜਾ ਹੈ ਉਹ ਸਹਿਜ ਦੇ ਵਿੱਚ ਹੀ ਹੋ ਜਾਂਦਾ ਹੈਗਾ। ਜਹਾਂ ਲੋਭ ਤੈ ਕਾਲ ਹੈ, ਅਤੇ ਅੱਗੇ ਬਣ ਕਹਿੰਦੀ ਜਹਾਂ ਖਿਮਾ ਤੈ ਆਪ, ਪਰ ਜਿੱਥੇ ਖਿਮਾ ਹੈਗੀ ਉੱਥੇ ਪਰਮੇਸ਼ਰ ਆਪ ਹੈ। ਹੁਣ ਖਿਮਾ ਦਾ ਗੁਣ ਉਹ ਅਸਲ ਧਰਮ ਨੂੰ ਸਮਝ ਤੋਂ ਬਗੈਰ ਨਹੀਂ ਮਿਲਦਾ। ਹੁਣ ਖਿਮਾ ਜਿਹੜੀ ਹੈਗੀ ਕੋਈ ਛੋਟੀ ਖੇਡ ਨਹੀਂ ਹੈਗੀ, ਖਿਮਾ ਤਾਂ ਉਹੀ ਹੈ ਕਿ ਜਿਹੜੀ ਉਹੀ ਬੰਦਾ ਕਰ ਸਕਦਾ ਹੈ ਜਿਹੜਾ ਅਸਲ ਧਿਆਨ ਨੂੰ ਸਮਝੇ, ਜਿਹੜਾ ਅਸਲ ਧਰਮ ਨੂੰ ਸਮਝੇ, ਅਸਲ ਗਿਆਨ ਨੂੰ ਸਮਝੇ। ਇਸੇ ਕਰਕੇ ਸਾਨੂੰ ਗੁਰੂ ਸਾਹਿਬ ਨੇ ਇਹੋ ਹੀ ਆਖਿਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਹੈ, ਪਰ ਅਸੀਂ ਵੀ ਇਹਦਾ ਜਿਹੜਾ ਹੈ ਨਾ ਵਾਰਲਾਪਨ ਹੈ ਜਾਂ ਇਉਂ ਕਹਿ ਲਓ ਕਿ ਜੋ ਸਾਡਾ ਸਰੀਰ ਹੈ, ਸਰੀਰ ਕਰਕੇ ਅਸੀਂ ਮੱਥੇ ਟੇਕਦੇ ਹਾਂ, ਪਰ ਮਨ ਆਤਮਾ ਕਰਕੇ ਅਸੀਂ ਇਹ ਤੋਂ ਕੋਹਾਂ ਦੂਰ ਹੈਗੇ ਹਾਂ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਹੈ ਕਿ ਬੀਜ ਬੋਏ ਕਲਰ ਮੇ ਨਿਪਜੇ ਨਾ ਧਾਨ ਭਾਨ, ਮੂਲ ਖੋਏ ਰੋਵੇ ਪੁੰਨ ਰਾਜ ਡੰਡ ਲਾਗੇ। ਕਿ ਦੇਖੋ ਇੱਕ ਕਲਰ ਦੀ ਜ਼ਮੀਨ ਹੈ, ਜੇ ਉਹਦੇ ਵਿੱਚ ਕੋਈ ਬੀਜ ਬੋਇਆ ਜਾਵੇ, ਬੀਜ ਭਾਵੇਂ ਵਧੀਆ ਹੋਵੇ ਪਰ ਕਲਰ ਦੀ ਜ਼ਮੀਨ ਦੇ ਵਿੱਚ ਬੀਜ ਨਹੀਂ ਕਦੀ ਉੱਗ ਸਕਦਾ। ਇਸੇ ਤਰ੍ਹਾਂ ਅੱਗੇ ਭਾਈ ਗੁਰਦਾਸ ਜੀ ਨੇ ਅਗਲੀ ਪ੍ਰਮਾਣ ਦਿੱਤਾ ਕਿ ਸਲਲ ਬਲੋਏ ਜੈਸੇ ਨਿਕਸੇ ਨਹੀਂ ਕ੍ਰਿਤ, ਮਟਕੀ ਮਥਨੀਆਂ ਹੂੰ ਫੇਰ ਤੋੜ ਭਾਗ ਹੀ। ਕਹਿੰਦੇ ਦੇਖੋ ਪਾਣੀ ਵਿੱਚ ਸੋਟੇ ਮਾਰਨ ਦੇ ਨਾਲ ਮਧਾਣੀ ਪਾਉਣਾ ਕਦੀ ਘੇ ਨਹੀਂ ਨਿਕਲਦਾ, ਅਤੇ ਅਗਰ ਜ਼ਿਆਦਾ ਮਧਾਣੀ ਮਾਰਾਂਗੇ ਅਤੇ ਫਿਰ ਕਹਿੰਦੇ ਕੀ ਹੋਊਗਾ, ਉਹ ਜਿਹੜੀ ਮਟਕੀ ਹੈਗੀ ਆ ਜਿਹਦੇ ਵਿੱਚ ਪਾਣੀ ਪਾਇਆ ਬਸ ਉਹੀ ਟੁੱਟ ਸਕਦੀ ਆ, ਹੋਰ ਘੇ ਤਾਂ ਤੋਂ ਨਿਕਲਣੋਂ ਰਿਹਾ। ਫਿਰ ਤੀਸਰਾ ਪ੍ਰਮਾਣ ਸਾਨੂੰ ਭਾਈ ਸਾਹਿਬ ਨੇ ਦਿੱਤਾ ਹੈ ਕਿ ਭੂਤਨ ਪਿਤ ਭੂਤ ਮੰਗੇ ਹੋਤ ਨਾ ਸਪੁੱਤੀ ਕੋ, ਕਿ ਅਗਰ ਭੂਤਾਂ ਤੋਂ ਜਠੇਰਿਆਂ ਤੋਂ ਇਹਨਾਂ ਮੜੀਆਂ ਕਬਰਾਂ ਤੋਂ ਅਗਰ ਕੋਈ ਮੰਗ ਲਵੇ ਕਿਸੇ ਵੀ ਚੀਜ਼ ਦੀ, ਕਹਿੰਦੇ ਉਹਦੀ ਮੰਗ ਕਦੀ ਪੂਰੀ ਨਹੀਂ ਹੋ ਸਕਦੀ। ਅਤੇ ਉਲਟਾ ਕੀ ਹੁੰਦਾ, ਜੀ ਕੋ ਪਰਤ ਸੰਸੇ ਤਿਆਗੇ ਹੂੰ ਨਾ ਤਿਆਗ ਹੀ। ਕਹਿੰਦੇ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਜੀਵ ਨੂੰ ਸੰਸੇ ਪੈ ਜਾਂਦੇ ਆ, ਸਹਿਮ ਪੈ ਜਾਂਦੇ ਆ, ਭਰਮ ਪੈ ਜਾਂਦੇ ਆ, ਅਤੇ ਅਗਰ ਉਹ ਭਰਮਾਂ 'ਚੋਂ ਨਿਕਲਣਾ ਚਾਹੇ ਅਤੇ ਫਿਰ ਕਹਿੰਦੇ ਉਹ ਨਿਕਲ ਨਹੀਂ ਹੋ ਸਕਦਾ, ਕਿਉਂਕਿ ਇਹ ਜੋ ਕਫ ਹੁੰਦੀ ਹੈ ਨਾ ਇਹਨੂੰ ਮਿੱਠੀ ਕਫ ਕਹਿੰਦੇ ਆ। ਬਸ ਇਸ ਕਫ ਦਾ ਜਿਹੜਾ ਸਵਾਦ ਉਹ ਜੀਵ ਨੂੰ ਪੈ ਜਾਂਦਾ। ਜਿਵੇਂ ਆਮ ਕੁੱਤਾ ਹੈਗਾ, ਅਗਰ ਜਿੱਦਣ ਉਹਨੂੰ ਹੱਡਾ ਰੇੜੀ ਦਾ ਸਵਾਦ ਪੈ ਗਿਆ ਨਾ ਫਿਰ ਉਹ ਕਦੀ ਹੱਡਾ ਰੇੜੀ ਨਹੀਂ ਛੱਡਦਾ। ਇਸੇ ਤਰ੍ਹਾਂ ਇਹ ਜਿਹੜੇ ਜੀਵ ਹੈਗੇ ਵੀ ਇਸ ਕੁੱਕਰ ਦੀ ਨਿਆਈ ਹੁੰਦੇ ਆ। ਜਦੋਂ ਉਹਨਾਂ ਨੂੰ ਮੜੀਆਂ ਕਬਰਾਂ ਮਸੀਤਾਂ ਜਾਂ ਜਠੇਰੇ ਗੋਤਾਂ ਦਾ ਜਦੋਂ ਉਹਨਾਂ ਨੂੰ ਚਸਕਾ ਪੈ ਜਾਂਦਾ, ਸਵਾਦ ਪੈ ਜਾਂਦਾ, ਫਿਰ ਉਹ ਚੀਜ਼ ਕਦੀ ਛੱਡ ਨਹੀਂ ਸਕਦੇ। ਇਸੇ ਕਰਕੇ ਸਾਨੂੰ ਅਖੀਰ ਪ੍ਰਮਾਣ ਦੇ ਵਿੱਚ ਭਾਈ ਗੁਰਦਾਸ ਜੀ ਉਹਨਾਂ ਨੇ ਆਪਣੀ ਬਾਣੀ 'ਚ ਆਖਿਆ ਕਿ ਬਿਨ ਗੁਰਦੇਵ ਆਨ ਸੇਬ ਦੁਖਦਾਇਕ ਹੈ, ਕਿ ਬਿਨਾਂ ਗੁਰਦੇਵ ਤੋਂ, ਬਿਨਾਂ ਧੰਨ ਗੁਰੂ ਗ੍ਰੰਥ ਸਾਹਿਬ ਤੋਂ, ਬਿਨਾਂ ਗੁਰਬਾਣੀ ਤੋਂ, ਬਿਨ ਗੁਰਦੇਵ ਆਨ ਸੇਬ ਦੁਖਦਾਇਕ ਹੈ। ਸਾਰੀ ਸੇਵਾ ਜਿਹੜੀ ਹੈ ਉਹ ਦੁੱਖ ਹੀ ਦੇਊਗੀ। ਉਸ ਦੇ ਸੇਵਾ ਦੇ ਵਿੱਚ ਇੱਕ ਮਾਤਰ ਵੀ ਸੁੱਖ ਨਹੀਂ ਹੈ। ਕਿਉਂ? ਬਿਨ ਗੁਰਦੇਵ ਆਨ ਸੇਵ ਦੁਖਦਾਇਕ ਹੈ, ਲੋਕ ਪਰਲੋਕ ਸੋਖ ਯਾਹੇ ਅਨਰਾਗ ਹੀ।
ਕਹਿੰਦੇ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਲੋਕ ਵਿੱਚ ਵੀ ਸੋਖ ਰਿਹਾ, ਸਦਾ ਉਦਾਸਾਪਨ ਰਿਹਾ ਹੈਗਾ, ਤੇ ਪਰਲੋਕ ਦੇ ਵਿੱਚ ਵੀ ਕਦੀ ਚਿੰਤਾ, ਕਦੀ ਉਦਾਸੀ ਜਿਹੜੀ ਹੈ ਕਹਿੰਦੇ ਇਸ ਪ੍ਰਾਣੀ ਦੇ ਜੀਵਨ ਦੇ ਵਿੱਚੋਂ ਕਦੀ ਨਹੀਂ ਨਿਕਲਦੀ, ਕਦੀ ਦੁੱਖ ਨਹੀਂ ਨਿਕਲਦਾ, ਕਦੀ ਤਕਲੀਫ ਨਹੀਂ ਨਿਕਲਦੀ। ਤੇ ਜਾਹੇ ਅਨੁਰਾਗੀ ਕਹਿੰਦੇ ਇਸ ਤਰ੍ਹਾਂ ਹੀ ਬਿਨਾਂ ਖੇੜੇ ਤੋਂ, ਬਿਨਾਂ ਰਸ, ਬਿਨਾਂ ਖੁਸ਼ੀ ਤੋਂ ਉਸ ਸੰਸਾਰ ਤੋਂ ਚਲੇ ਜਾਂਦੇ ਇਹੋ ਜਿਹੇ ਜੀਵ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਸਾਨੂੰ ਅੱਜ ਕੱਲ੍ਹ ਜਿਹੜੀਆਂ ਵੱਧ ਰਹੀਆਂ ਮੜੀਆਂ ਮਸੀਤਾਂ ਕਬਰਾਂ ਹੈਗੀਆਂ, ਇਹਨਾਂ ਤੋਂ ਬਚਣ ਦੀ ਬੜੀ ਲੋੜ ਆ। ਨਾ ਤਾਂ ਕੋਈ ਇਹਨਾਂ ਦਾ ਵਜੂਦ ਹੁੰਦਾ ਹੈ, ਨਾ ਕੋਈ ਇਹਨਾਂ ਦਾ ਇਤਿਹਾਸ ਹੈ, ਨਾ ਕੋਈ ਇਹਨਾਂ ਦੀ ਦੇਣ ਹੈ। ਕੋਈ ਇਹ ਨਹੀਂ ਜਾਣਦਾ ਕਿ ਇਹ ਕਿਹਦੀ ਕਬਰ ਆ, ਕਿਹਦੀ ਮਸੀਤ ਆ, ਕੋਈ ਕਿਸੇ ਦਾ ਕੀ ਲੱਗਦਾ ਹੈਗਾ। ਬਸ ਇਉਂ ਕਹਿ ਲਓ ਕਿ ਇੱਕ ਇਹ ਦੇਖਾ ਦੇਖੀ ਦੀ ਜਿਹੜੀ ਇਸ ਨਾਲ ਭੇਡ ਚਾਲ ਸਾਡੇ ਅੰਦਰ ਬਣੀ ਹੋਈ ਹੈ। ਬਸ ਇਸ ਤਰ੍ਹਾਂ ਜਿਹੜਾ ਹੈਗਾ ਉਸ ਸੰਸਾਰ ਦੇ ਵਿੱਚ ਇਹਦਾ ਵਾਧਾ ਹੋ ਰਿਹਾ ਹੈ। ਅਸਲ ਦੇ ਵਿੱਚ ਇਹ ਜਿਹੜੀ ਖੇਡ ਹੈਗੀ ਆ, ਇਹ ਇੱਕ ਮਿੱਠੀ ਕੱਪ ਬਣ ਕੇ ਜਿਹੜੇ ਹੈਗਾ ਇਨਸਾਨ ਨੂੰ ਚੁੰਬੜ ਜਾਂਦੀ ਹੈ। ਸੋ ਜਿਹੜੀ ਮਿੱਠੀ ਕੱਪ ਹੁੰਦੀ ਹੈ ਨਾ, ਉਹ ਤੋਂ ਇਨਸਾਨ ਤਾਂ ਫਿਰ ਖਹਿੜਾ ਨਹੀਂ ਛੁੱਟਦਾ ਹੈਗਾ। ਸੋ ਕਹਿਣ ਤੋਂ ਭਾਵ ਹੈ ਕਿ ਸਿੱਖੀ ਜਿਹੜੀ ਹੈ ਇਹ ਹੈ ਖੰਨਿਓ ਤਿੱਖੀ ਵਾਲੋਂ ਨਿੱਕੀ, ਪਰ ਪਹਿਲਾਂ ਜ਼ਰੂਰ ਇਹ ਕੜਵਾਪਨ ਹੁੰਦਾ ਹੈਗਾ, ਪਰ ਆਹਿਸਤਾ ਆਹਿਸਤਾ ਫਿਰ ਐਸੀ ਮਿੱਠੀ ਬਣਦੀ ਆ ਜਿਹਨੂੰ ਬਾਣੀ ਨੇ ਕਿਹਾ ਹੈਗਾ ਕਿ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮੱਖਿਓ ਮੱਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਸ ਤੁਧ। ਜਦੋਂ ਅਸਲ ਸੱਚਾਈ ਸਾਹਮਣੇ ਆਉਂਦੀ ਫਿਰ ਉਹਨੂੰ ਪਤਾ ਲੱਗਦਾ ਕਿ ਦੁਨੀਆ ਦੇ ਭਾਵੇਂ ਸਾਰੇ ਪਦਾਰਥ ਮਿੱਠੇ ਆ, ਪਰ ਨਾਮ ਬਾਣੀ ਤੋਂ ਵੱਧ ਕੋਈ ਚੀਜ਼ ਮਿੱਠੀ ਸਵਾਦਲੀ ਨਹੀਂ ਹੈ। ਇਸੇ ਕਰਕੇ ਅਸੀਂ ਗੁਰੂ ਸਾਹਿਬ ਦੇ ਹਮੇਸ਼ਾ ਧੰਨਵਾਦੀ ਰਹਿੰਦੇ ਹਾਂ ਕਿ ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ, ਕਿ ਜਿਹਨੇ ਭੁੱਲੇ ਬੰਦਿਆਂ ਨੂੰ ਰਸਤੇ 'ਤੇ ਪਾ ਲਿਆ ਹਨ। ਇਹੋ ਜਿਹਾ ਗੁਰੂ ਜਿਹੜਾ ਵੱਡੇ ਭਾਗਾਂ ਦੇ ਨਾਲ ਮਿਲਦਾ ਹੈਗਾ, ਅਤੇ ਉਹ ਇਸ ਪ੍ਰਾਣੀ ਦਾ ਜਿਹੜਾ ਜੀਵਨ ਹੈ, ਆਉਣ ਦਾ ਮਨੋਰਥ ਹੈ, ਜੋ ਮਨੁੱਖਾ ਜਨਮ ਦੀ ਵਾਰੀ ਆ ਉਹ ਵੀ ਸਫਲ ਹੋ ਜਾਂਦੀ, ਇਹਦਾ ਲੋਕ ਵੀ ਸਫਲ ਹੋ ਜਾਂਦਾ ਅਤੇ ਪਰਲੋਕ ਵੀ ਫਿਰ ਸਫਲ ਹੋ ਜਾਂਦਾ। ਸੋ ਇੰਨੇ ਬਚਨ ਕਰਦਾ ਦਾਸ ਖਿਮਾ ਦਾ ਜਾਚਕੋ ਆ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।